ਜੇ ਤੂ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾਲ। ਇਹਾ ਪਾਈ ਮੋਹ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਸਾਗਰ ਗੱਦੀ ਤੇ ਵਿਰਾਜਮਾਨ, ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ। ਸਰਬ ਕਲਾ ਭਰਪੂਰ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਰਹਿਮਤ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੇ ਜਾਪ ਸਰਵਣ ਕੀਤੇ, ਜੋ ਹਰ ਰੋਜ਼ ਆਪਾਂ ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸਰਵਣ ਕਰਦੇ ਹਾਂ। ਸਤਿਗੁਰਾਂ ਦੀ ਬਾਣੀ ਸ੍ਰੀ ਰਹਿਰਾਸ ਸਾਹਿਬ ਜੀ ਦੀ ਜੋ ਆਪਾਂ ਵਿਚਾਰ ਕਰ ਰਹੇ ਹਾਂ, 5 ਸ਼ਬਦਾਂ ਦੀ ਆਪਾਂ ਰਹਿਰਾਸ ਸਾਹਿਬ ਜੀ ਦੇ ਜਾਪਾਂ ਦੇ ਸਰਵਣ ਕਰ ਚੁੱਕੇ ਹਾਂ। ਅੱਜ ਅਗਲਾ ਸ਼ਬਦ ਆਰੰਭ ਹੋਣਾ ਹੈ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਹੈ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ। ਇਹ ਪਾਵਨ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਦੋਂ ਹਰਿਮੰਦਰ ਸਾਹਿਬ ਨਿਵਾਸ ਕਰ ਰਹੇ ਸਨ, ਸਰੋਵਰ ਬਣਵਾ ਰਹੇ ਸਨ, ਇਹ ਵੀ ਸ਼ਬਦ ਜਿਹੜੇ ਨੇ ਸੋ ਪੁਰਖ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਪਹਿਲਾ ਸ਼ਬਦ ਇਹ ਜਿਹੜਾ ਰਹਿਰਾਸ ਸਾਹਿਬ ਜੀ ਦੇ ਵਿੱਚ ਆਉਂਦਾ ਹੈ, ਅਤੇ ਦੂਸਰਾ ਸ਼ਬਦ ਆਸਾ ਰਾਗ ਦੇ ਵਿੱਚ ਆਉਂਦਾ ਹੈ। ਇਹ ਵੀ 2 ਸ਼ਬਦ ਨੇ। ਇਹਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਭੇਦ ਹੈ। ਜਿਵੇਂ ਸੇ ਮੁਕਤ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਂਸੀ। ਜਿਹੜਾ ਆਸਾ ਰਾਗ ਦੇ ਵਿੱਚ ਆਉਂਦਾ ਹੈ, ਇਹਦੇ 'ਚ ਇਹ ਫਰਕ ਹੈ, ਸੇ ਮੁਕਤ ਜਿਨ ਹਰਿ ਧਿਆਇਆ ਜੀਓ। ਇਸ ਤਰ੍ਹਾਂ ਇਸ ਪਾਠ ਦਾ ਵੀ ਭੇਦ ਦਾ ਫਰਕ ਹੈ। ਇਸੇ ਤਰ੍ਹਾਂ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਧਰਤੀ 'ਤੇ ਬਿਰਾਜਮਾਨ ਸਨ, ਉਦੋਂ ਗੁਰਸਿੱਖਾਂ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਗੁਰੂ ਕੇ ਪਿਆਰੇ ਸਾਰਿਆਂ ਨੇ ਮਿਲ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ, ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ, ਸੱਚਖੰਡ ਅਕਾਲ ਪੁਰਖ ਦੇ ਸਨਮੁਖ ਉਹਨਾਂ ਨੇ ਸੋ ਦਰ ਉਚਾਰਿਆ ਸੀ, ਪਰਮਾਤਮਾ ਦੀ ਵਡਿਆਈ ਕੀਤੀ, ਕਿਹੋ ਜਿਹਾ ਸੱਚਖੰਡ ਹੈ, ਕਿਹੋ ਜਿਹਾ ਘਰ ਹੈ। ਆਪ ਵੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਉਹ ਪਰਮਾਤਮਾ ਕੈਸਾ ਹੈ, ਸਾਡੇ 'ਤੇ ਵੀ ਕਿਰਪਾ ਕਰੋ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਉਹ ਸ਼ਬਦ ਹੈ, ਭਾਵ ਕਿ ਸੋ ਦਰ ਤੇਰਾ ਕਿਹਾ, ਅਸੀਂ ਉਚਾਰਾਂਗੇ ਸੋ ਪੁਰਖ। ਰਾਗ ਆਸਾ ਮਹੱਲਾ ਚੌਥਾ ਕਹਿੰਦੇ ਅਸੀਂ ਉਚਾਰਾਂਗੇ ਸੋ ਪੁਰਖ। ਉਹ ਸੋ ਦਰ ਹੈ, ਦਰ ਕਿਹੋ ਜਿਹਾ ਉਹਦਾ, ਘਰ ਕਿਹੋ ਜਿਹਾ ਉਹਦਾ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਿਆ। ਅਸੀਂ ਉਹਦੀ ਵਡਿਆਈ ਕਰਾਂਗੇ, ਉਹ ਪੁਰਖ ਕਿਹੋ ਜਿਹਾ ਹੈ, ਉਹ ਪਰਮਾਤਮਾ ਕਿਹੋ ਜਿਹਾ ਹੈ, ਜਿਹੜਾ ਸੱਚਖੰਡ ਵਿੱਚ ਰਹਿ ਰਿਹਾ ਹੈ।
ਇਸ ਤਰ੍ਹਾਂ ਫਿਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਦੱਸ ਰਹੇ ਨੇ। ਇਹ ਸਾਰਾ ਹੀ ਸ਼ਬਦ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ। ਇਸ ਸ਼ਬਦ ਦੇ ਵਿੱਚ ਕੋਈ ਮੰਗ ਨਹੀਂ, ਕੋਈ ਕੁਛ ਨਹੀਂ, ਸਿਰਫ ਵਡਿਆਈ ਉਹਦੀ, ਉਸਤਤ ਸ਼ਲਾਘਾ, ਉਸਤੋਤਰ ਕੀਤਾ ਹੈ ਉਹਦਾ ਵਾਹਿਗੁਰੂ ਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਉਹ ਅਦਵੈਤ ਸਰੂਪ ਹੈ। ਭਾਵ ਕਿ ਐਸਾ ਪ੍ਰਮਾਤਮਾ ਸਿਰਫ ਉਹ ਇੱਕ ਆਪ ਹੈ, ਕਿਉਂਕਿ ਇਸੇ ਤਰ੍ਹਾਂ ਸਤਿਗੁਰ ਪ੍ਰਸਾਦ ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਨਾਸ ਰਹਿਤ ਹੈ, ਉਹਨੂੰ ਕੋਈ ਨਾਸ ਨਹੀਂ ਕਰ ਸਕਦਾ। ਗੁਰ ਚੇਤਨ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ, ਸਦੀਵੀ ਪ੍ਰਮਾਤਮਾ ਰਹਿਣ ਵਾਲਾ। ਕਿਉਂਕਿ ਇੱਕ ਓੰਕਾਰ, ਸਤਿਗੁਰਾਂ ਨੇ ਇੱਕ ਜਿਹੜਾ ਹੈ ਅੰਕ ਲਾਇਆ ਹੈ। ਜੇ ਇਹਨੂੰ ਅੱਖਰਾਂ ਦੇ ਵਿੱਚ ਲਿਖ ਦਿੰਦੇ ਤੇ ਬੜੇ ਅਰਥ ਬਣ ਜਾਣੇ ਸੀ। ਸਤਿਗੁਰਾਂ ਨੇ ਇੱਕ ਜਿਹੜਾ ਅੰਕ ਲਾਇਆ ਹੈ, ਇੱਕ ਸਿਰਫ ਉਹ ਇੱਕ ਹੈ, ਹੋਰ ਕੋਈ ਨਹੀਂ ਹੈ। ਇਸੇ ਤਰ੍ਹਾਂ ਉਹਦੀ ਪ੍ਰਾਪਤੀ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਫਿਰ ਅਗਲੇ ਪਾਸੇ ਪੰਕਤੀ ਉਚਾਰਦੇ ਨੇ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਕਹਿੰਦੇ ਗੁਰਸਿੱਖੋ, ਉਹ ਪਰਮਾਤਮਾ ਜਿਹੜਾ ਸੋ ਪੁਰਖ ਜੋ ਹੈ ਉਹ ਪੁਰਖ ਪੂਰਨ ਹੈ। ਪੁਰਖ ਹੈ ਉਹ ਪੂਰਨ ਹੈ, ਭਾਵ ਕਿ ਸਰਬ ਵਿਆਪਕ ਹੈ। ਨਿਰੰਜਨ, ਨਿਰੰਜਨ ਕਹਿੰਦੇ ਮਾਇਆ ਤੋਂ ਰਹਿਤ, ਕਾਲਖ ਤੋਂ ਰਹਿਤ। ਜਿਵੇਂ ਸਾਰਾ ਸੰਸਾਰ ਮਾਇਆ ਦੇ ਲਪੇਟ ਦੇ ਵਿੱਚ ਹੈ, ਮਾਇਆ ਦੇ ਜਾਲ ਦੇ ਵਿੱਚ ਹੈ। ਨਿਰੰਜਨ ਕਹਿੰਦੇ ਉਹ ਜਿਹੜਾ ਹਰ ਪੁਰਖ ਨਿਰੰਜਨ ਹੈ, ਉਹ ਮਾਇਆ ਤੋਂ ਰਹਿਤ ਹੈ। ਇਸ ਕਰਕੇ ਉਹਦਾ ਜਿਹੜਾ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸੇ ਤਰ੍ਹਾਂ ਉਹ ਜਿਹੜਾ ਨਿਰਗੁਣ ਸਰੂਪ ਪਰਮਾਤਮਾ ਹੈ, ਹਰ ਅਗਮਾ ਅਗਮ ਅਪਾਰਾ, ਉਹ ਕਿਉਂਕਿ ਸੰਸਾਰ ਨੂੰ ਹਰਿਆ ਭਰਿਆ ਕਰਨ ਵਾਲਾ ਹੈ। ਅਗਮ ਅਪਾਰਾ, ਇਸੇ ਤਰ੍ਹਾਂ ਉਹ ਸੰਸਾਰ ਨੂੰ, ਸਾਰੇ ਸੰਸਾਰ ਨੂੰ ਹਰਿਆ ਭਰਿਆ ਕਰਦਾ ਹੈ। ਉਹ ਪਰਮਾਤਮਾ ਐਸਾ ਹੈ। ਫਿਰ ਸਤਿਗੁਰਾਂ ਨੇ ਫਿਰ ਕਿਹਾ, ਕਹਿੰਦੇ ਅਗਮ ਅਗਮ ਅਗਾਧ ਬੋਧ ਕੀਮਤ ਪਰੈ ਨਾ ਪਾਉ। ਇਹ ਗੁਰੂ ਕੇ ਸਿੱਖੋ, ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਪਰਮਾਤਮਾ ਕੈਸਾ ਹੈ? ਹਰ ਅਗਮਾ ਅਗਮ ਅਪਾਰਾ, ਕਿਉਂਕਿ ਉਹ ਮਨ ਬਾਣੀ ਕਰਕੇ ਪਹੁੰਚ ਤੋਂ ਪਰੇ ਹੈ। ਉਹ ਕਿਸੇ ਦੀ ਪਕੜ ਦੇ ਵਿੱਚ ਨਹੀਂ ਆਉਂਦਾ, ਉਹ ਅਗੰਮ ਹੈ। ਇਸ ਕਰਕੇ ਉਹ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਨਹੀਂ ਲਿਖਿਆ ਜਾ ਸਕਦਾ, ਉਹ ਅਗੰਮ ਹੈ। ਕਿਉਂਕਿ ਐਸਾ ਪਰਮਾਤਮਾ ਉਹ ਪ੍ਰਕਿਰਤੀ ਦੀ ਸਾਰੀ ਪਾਰਾਵਾਰ ਤੋਂ ਰਹਿਤ ਹੈ। ਸਾਰਾ ਸੰਸਾਰ ਉਹਦੀ ਲਪੇਟ ਦੇ ਵਿੱਚ ਹੈ, ਪਰ ਉਹ ਕਿਸੇ ਦੀ ਲਪੇਟ ਦੇ ਵਿੱਚ ਨਹੀਂ ਆਉਂਦਾ। ਉਹ ਐਸਾ ਪਰਮਾਤਮਾ ਅਗੰਮ ਹੈ। ਕਿਉਂਕਿ ਨਿਰੰਜਨ ਸਤਿਗੁਰਾਂ ਨੇ ਕਿਹਾ ਮਾਇਆ ਤੇ ਅੰਜਨ, ਇਸੇ ਤਰ੍ਹਾਂ ਭਾਵ ਕਿ ਦੁੱਖ ਤਕਲੀਫ ਰੋਗਾਂ ਤੋਂ ਵੀ ਉਹ ਰਹਿਤ ਹੈ ਪਰਮਾਤਮਾ। ਉਹਨੂੰ ਨਾ ਕੋਈ ਰੋਗ ਲੱਗਦਾ ਹੈ, ਨਾ ਕੋਈ ਦੁੱਖ ਹੈ, ਨਾ ਉਹਨੂੰ ਕੋਈ ਤਕਲੀਫ ਹੈ। ਇਸ ਤਰ੍ਹਾਂ ਦਾ ਪਰਮਾਤਮਾ ਉਹ ਹੈ। ਅਗਮਾ ਅਗਮ ਅਪਾਰਾ, ਕਹਿੰਦੇ ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਹੇ ਪਰਮਾਤਮਾ, ਤੈਨੂੰ ਸਾਰੇ ਹੀ ਧਿਆਉਂਦੇ ਨੇ। ਸਿਰਜਣਹਾਰ ਸੱਚੇ ਪਰਮਾਤਮਾ ਸਾਰੇ ਹੀ ਤੈਨੂੰ ਧਿਆਉਂਦੇ ਨੇ, ਸਾਰੇ ਤੈਨੂੰ ਯਾਦ ਕਰਦੇ ਹਨ। ਫਿਰ ਸਤਿਗੁਰੂ ਜੀ ਕਹਿੰਦੇ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਇਹ 84 ਲੱਖ ਜਿਹੜੀ ਜੂਨ ਹੈ ਮਾਨਸ ਦੇਹੀ, ਇਹ ਸਾਰੇ ਤੇਰੇ ਜੀਵ ਜੰਤੂ ਨੇ। ਭਾਵ ਕਿ ਤੂੰ ਜੀਆਂ ਕਾ ਦਾਤਾਰਾ, ਤੂੰ ਸਾਰੇ ਜੀਆਂ ਦਾ ਦਾਤਾਰ ਹੈ। ਸਵਾਸ ਵੀ ਤੂੰ ਬਖਸ਼ਦਾ ਹੈ, ਪਦਾਰਥ ਵੀ ਤੂੰ ਸਾਰਿਆਂ ਨੂੰ ਦੇ ਰਿਹਾ ਹੈ। ਤੂੰ ਆਪ ਸਭ ਕੁਝ ਕਰ ਰਿਹਾ ਹੈ। ਸਭ ਧਿਆਵ ਹੈ, ਹਰ ਧਿਆਵ ਹੈ ਸੰਤ ਹੋ ਜੀ ਸਭ ਦੁੱਖ ਵਿਸਾਰਨਹਾਰਾ। ਕਹਿੰਦੇ ਕਿ ਉਹਦੇ ਭਗਤ ਜਨ, ਉਹਦੇ ਸੰਤ ਜਨ ਉਹਨੂੰ ਧਿਆਉਂਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਕਿ ਉਹਨੂੰ ਧਿਆਉਂਦੇ ਨੇ। ਸਭ ਦੁੱਖ ਵਿਸਾਰਨਹਾਰਾ,
ਸਾਰੇ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਜਿਹੜਾ ਪ੍ਰਮਾਤਮਾ ਹੈ, ਉਹਨੂੰ ਉਹਦੇ ਭਗਤ ਜਨ, ਉਹਦੇ ਸੰਤ ਜਨ ਉਹਨੂੰ ਧਿਆਉਂਦੇ ਨੇ, ਉਹਨੂੰ ਯਾਦ ਕਰਦੇ ਨੇ। ਕਹਿੰਦੇ ਸਭ ਦੁੱਖਨ ਕੋ ਹੰਤਾ, ਸਭ ਸੁਖਨ ਕੋ ਦਾਤਾ। ਕਹਿੰਦੇ ਸਾਰੇ ਦੁੱਖਾਂ ਨੂੰ ਹਰ ਲੈਂਦਾ ਹੈ ਜਿਹੜਾ ਉਹਨੂੰ ਯਾਦ ਕਰਦਾ ਹੈ, ਜਿਹੜਾ ਉਹਦੀ ਵਡਿਆਈ ਕਰਦਾ ਹੈ, ਸਾਰੇ ਦੁੱਖ ਹਰ ਲੈਂਦਾ ਹੈ। ਅਤੇ ਸੁਖਨ ਕੋ ਦਾਤਾ, ਸਾਰੇ ਸੁੱਖ ਦੇ ਦਿੰਦਾ ਹੈ। ਉਹ ਪਰਮਾਤਮਾ ਐਸਾ ਹੈ, ਹਰ ਪ੍ਰੀਤਮ ਗੁਣ ਗਾਓ। ਤਾਂ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੇ ਗੁਣ ਗਾਉਣਾ ਕਰੋ, ਕਿਉਂਕਿ ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ। ਕਹਿੰਦੇ ਸਤਿਗੁਰੂ ਜੀ ਕਹਿੰਦੇ ਕਿ ਉਹ ਆਪ ਹੀ ਠਾਕੁਰ ਪਰਮਾਤਮਾ ਹੈ, ਸੁਆਮੀ ਹੈ ਸਾਰਿਆਂ ਦਾ। ਹਰ ਆਪੇ ਸੇਵਕ, ਉਹ ਸੇਵਕ ਵੀ ਆਪ ਹੈ, ਆਪ ਸੇਵਕ ਬਣ ਕੇ ਸੇਵਾ ਵੀ ਉਹ ਆਪ ਕਰਦਾ ਹੈ। ਉਹਦੀ ਸੇਵਾ ਕੀ ਹੈ? ਸਾਰੇ ਸੰਸਾਰ ਨੂੰ ਦੇ ਰਿਹਾ ਹੈ, ਸਾਰੇ ਸੰਸਾਰ ਦੀ ਪਾਲਣਾ ਵੀ ਉਹ ਆਪ ਕਰਦਾ ਹੈ, ਅਤੇ ਸੁਆਮੀ ਵੀ ਉਹ ਆਪ ਹੈ। ਪਰਮਾਤਮਾ ਐਸਾ ਕਿਆ ਨਾਨਕ ਜੰਤ ਵਿਚਾਰਾ। ਅਤੇ ਸਤਿਗੁਰੂ ਜੀ ਕਹਿ ਰਹੇ ਕਿ ਉਹ ਜੰਤ, ਜੀਵ ਜੰਤ ਕੀ ਹੈ ਵਿਚਾਰਾ, ਕਿਉਂਕਿ ਸਭ ਕੁਛ ਕਰਨ ਵਾਲਾ ਤਾਂ ਉਹ ਆਪ ਹੈ। ਹਰ ਆਪੇ ਠਾਕੁਰ ਸੇਵਕ ਭਗਤ, ਹਰ ਆਪੇ ਕਰੇ ਕਰਾਏ। ਕਿ ਪਰਮਾਤਮਾ ਆਪ ਹੀ ਸਭ ਕੁਛ ਕਰਨਹਾਰ ਹੈ। ਕਹਿੰਦੇ ਤੂੰ ਘਟ ਘਟ ਅੰਤਰ, ਸਰਬ ਨਿਰੰਤਰ, ਹਰ ਏਕੋ ਪੁਰਖ ਸਮਾਣਾ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਘਟਾਂ ਘਟਾਂ ਦੇ ਵਿੱਚ ਵਿਆਪਕ ਹੈ, ਸਰੀਰਾਂ ਦੇ ਵਿੱਚ ਵਿਆਪਕ ਹੈ, ਧਰਤੀ ਦੇ ਵਿੱਚ ਵਿਆਪਕ ਹੈ, ਸਮੁੰਦਰਾਂ ਪਾਣੀਆਂ ਦੇ ਵਿੱਚ ਤੂੰ ਸਾਰਿਆਂ, ਤੇ ਅੱਗ ਦੇ ਵਿੱਚ ਵੀ ਵਿਆਪਕ ਹੈ। ਅਤੇ ਅਤੇ ਜਿਹੜਾ ਤੈਨੂੰ ਜਪਦਾ ਹੈ ਉਹਦੇ ਹਿਰਦੇ ਦੇ ਵਿੱਚ ਵੀ ਤੂੰ ਵਿਆਪਕ ਹੋ ਜਾਣਾ ਹੈ। ਐਸਾ ਤੂੰ ਘਟ ਘਟ ਦੇ ਵਿੱਚ ਰਹਿਣ ਵਾਲਾ ਨਿਰੰਤਰ, ਭਾਵ ਕਿ ਅੰਤਰੇ ਤੋਂ ਰਹਿਤ ਇੱਕ ਰਸ। ਨਿਰੰਤਰ ਕਹਿੰਦੇ ਨੇ ਇੱਕ ਰਸ ਚੱਲਣ ਵਾਲੀ ਚੀਜ਼, ਕਦੇ ਨਾ ਰੁਕਣ ਵਾਲੀ। ਐਸਾ ਪਰਮਾਤਮਾ ਤੂੰ ਸਦੀਵੀ ਰਹਿਣ ਵਾਲਾ ਆਪ ਹੈ। ਹਰ ਏਕੋ ਪੁਰਖ ਸਮਾਣਾ। ਇੱਕੋ ਪਰਮਾਤਮਾ, ਇੱਕ ਪੁਰਖ ਸੁਆਮੀ ਜਿਹੜਾ ਵਾਹਿਗੁਰੂ ਹੈ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਇੱਕ ਦਾਤੇ, ਇੱਕ ਭੇਖਾਰੀ ਜੀ। ਕਹਿੰਦੇ ਕਿ ਇਹ ਪਰਮਾਤਮਾ ਪਿਛਲੇ ਕਰਮਾਂ ਕਰਕੇ, ਜਿਹੜੇ ਮਨੁੱਖ ਕਰਮ ਕਰਦੇ ਨੇ ਚੰਗੇ ਕਰਮਾਂ ਕਰਕੇ, ਉਹਨਾਂ ਨੂੰ ਤੂੰ ਦਾਤੇ ਬਣਾ ਦੇਣਾ ਹੈ, ਬਾਦਸ਼ਾਹ ਬਣਾ ਦੇਣਾ ਹੈ, ਰਾਜੇ ਬਣਾ ਦੇਣਾ ਹੈ। ਇੱਕ ਭੇਖਾਰੀ ਜੀ, ਕਹਿੰਦੇ ਉਹਨਾਂ ਮਨੁੱਖਾਂ ਦੇ ਕਰਮਾਂ ਕਰਕੇ ਤੂੰ ਉਹਨਾਂ ਨੂੰ ਭਿਖਾਰੀ ਬਣਾ ਦੇਣਾ ਹੈ, ਗਰੀਬ ਕਰ ਦੇਣਾ ਹੈ, ਕਿਉਂਕਿ ਇਹ ਤੇਰੇ ਹੱਥ ਸਾਰੀ ਡੋਰ ਹੈ। ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਇੱਕ ਨੂੰ ਤੂੰ ਦਾਤੇ ਬਣਾ ਦੇਣਾ ਹੈ, ਇੱਕ ਨੂੰ ਤੂੰ ਭਿਖਾਰੀ ਬਣਾ ਦੇਣਾ। ਜਿਹੋ ਜਿਹੇ ਪਾਪ ਕਰਮ ਕਰਦੇ ਨੇ ਉਹਨਾਂ ਨੂੰ ਤੂੰ ਭਿਖਾਰੀ ਬਣਾ ਦੇਣਾ ਹੈ। ਸਭ ਤੇਰੇ ਚੋਜ ਵਿਡਾਣਾ। ਇਹ ਤੇਰੇ ਚੋਜ, ਤੇਰੀ ਖੇਡ, ਤੇਰੇ ਕੌਤਕ ਨੇ। ਇਹ ਪ੍ਰਮਾਤਮਾ ਤੂੰ ਆਪ ਹੀ ਸਭ ਕੁਛ ਕਰਨ ਵਾਲਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਆਪੇ ਦਾਤਾ, ਆਪੇ ਭੁਗਤਾ ਜੀ। ਹੇ ਪ੍ਰਮਾਤਮਾ, ਤੂੰ ਆਪ ਹੀ ਦਾਤਾ ਦੇਣ ਵਾਲਾ ਹੈ, ਅਤੇ ਆਪ ਹੀ ਪਦਾਰਥਾਂ ਨੂੰ ਭੋਗਣ ਵਾਲਾ ਹੈ। ਆਪ ਹੀ ਤੂੰ ਸਭ ਕੁਝ ਦੇਣ ਵਾਲਾ ਅਤੇ ਆਪ ਹੀ ਭੋਗਦਾ ਹੈ। ਇਸੇ ਤਰ੍ਹਾਂ ਜਿਹੜੇ ਤੈਨੂੰ ਜਪਦੇ ਨੇ ਉਹਨੂੰ ਨਾਮ ਦੀ ਦਾਤ ਤੂੰ ਦੇ ਦੇਣਾ ਹੈ। ਅਤੇ ਜਦੋਂ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਬ੍ਰਹਮ ਗਿਆਨ ਥਾਣੀ ਤੂੰ ਆਪ ਹੀ ਉਹ ਭੋਗਦਾ ਹੈ, ਆਪ ਹੀ ਕਾਰਜ ਕਰਾਉਣਾ ਹੈ। ਇਸੇ ਤਰ੍ਹਾਂ ਤੂੰ ਆਪੇ ਦਾਤਾ, ਆਪੇ ਭੁਗਤਾ ਜੀ। ਹਉ ਤੁਧ ਬਿਨ ਅਵਰ ਨ ਜਾਣਾ। ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਕਹਿੰਦੇ ਮੈਂ ਤੇਰੇ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ। ਤੂੰ ਸਰਬ ਵਿਆਪਕ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਹੇ ਪ੍ਰਮਾਤਮਾ, ਤੂੰ ਪਾਪਾਂ ਪੁੰਨਾਂ ਤੋਂ ਪਰੇ ਹੈ, ਬੇਅੰਤ ਹੈ। ਤੈਨੂੰ ਕੋਈ ਪਾਪ ਪੁੰਨ ਨਹੀਂ ਲੱਗਦਾ, ਨਾ ਤੈਨੂੰ ਕਾਲ ਫੜ ਸਕਦਾ ਹੈ, ਕਿਉਂਕਿ ਤੂੰ ਬੇਅੰਤ ਹੈ। ਤੇਰੇ ਕਿਆ ਗੁਣ ਆਖ ਵਖਾਣਾ। ਕਹਿੰਦੇ ਸਤਿਗੁਰੂ ਤੇਰੇ ਕਿੰਨੇ ਕੁ ਗੁਣ ਗਾਵਾਂ,
ਤੇਰੇ ਗੁਣਾਂ ਦੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਕਿੰਨੇ ਕੁ ਤੇਰੇ ਗੁਣ ਗਾਵਾਂ, ਤੇਰੇ ਬੇਅੰਤ ਗੁਣ ਨੇ, ਉਹ ਵੀ ਨਹੀਂ ਗਿਣੇ ਜਾ ਸਕਦੇ। ਫਿਰ ਕਹਿੰਦੇ ਜੋ ਸੇਵਹਿ ਤੁਧ ਜੀ, ਹੇ ਪ੍ਰਮਾਤਮਾ ਜਿਹੜੇ ਤੈਨੂੰ ਸਿਉਂਦੇ ਨੇ, ਸੇਵਦੇ ਨੇ, ਤੈਨੂੰ ਯਾਦ ਕਰਦੇ ਨੇ, ਭਾਵ ਕਿ ਯਾਦ ਕਰਨਾ ਹੀ ਉਹਦੀ ਵਡਿਆਈ ਹੈ। ਜੋ ਸੇਵਹਿ ਮਨ ਕਰਕੇ, ਜੋ ਸੇਵਹਿ ਤਨ ਕਰਕੇ, ਕਹਿੰਦੇ ਜਦੋਂ ਯਾਦ ਕਰਦੇ ਨੇ ਫਿਰ ਕਹਿੰਦੇ ਜਨ ਨਾਨਕ ਤਿਨ ਕੁਰਬਾਨਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਹਨੂੰ ਯਾਦ ਕਰਦੇ ਨੇ, ਉਹਦੀ ਸੇਵਾ ਕਰਦੇ ਨੇ, ਉਹਨੂੰ ਮਨ ਕਰਕੇ ਯਾਦ ਕਰਦੇ ਨੇ, ਤੇ ਕਹਿੰਦੇ ਕਿ ਉਹਨਾਂ ਤੋਂ ਮੈਂ ਬਲਿਹਾਰ ਤੇ ਕੁਰਬਾਨ ਜਾਨਾ ਹਾਂ। ਇਹੋ ਜਿਹੇ ਗੁਰਸਿੱਖਾਂ ਤੋਂ ਹਰ ਧਿਆਵਹਿ ਤੁਧ ਜੀ। ਪਹਿਲਾਂ ਸੇਵਾ ਦੀ ਗੱਲ ਕੀਤੀ ਹੈ, ਹੁਣ ਧਿਆਉਣ ਦੀ ਗੱਲ ਕੀਤੀ ਹੈ। ਵਾਰ-ਵਾਰ ਉਸ ਪਰਮਾਤਮਾ ਦੀ ਵਡਿਆਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਕਹਿੰਦੇ ਜਿਹੜੇ ਤੈਨੂੰ ਧਿਆਉਂਦੇ ਨੇ, ਜਿਹੜੇ ਤੈਨੂੰ ਯਾਦ ਕਰਦੇ ਨੇ, ਕਹਿੰਦੇ ਸੇ ਜੁਗ ਮਹਿ ਸੇ ਜਨ ਜੁਗ ਮਹਿ ਸੁਖ ਵਾਸੀ। ਕਹਿੰਦੇ ਉਹ ਗੁਰੂ ਕੇ ਜਨ, ਉਹ ਗੁਰਮੁਖ ਪਿਆਰੇ, ਉਹ ਜੁਗਿਆਸੂ, ਜੁਗ ਮਹਿ ਸੁਖ ਵਾਸੀ। ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ, ਕਹਿੰਦੇ ਉਹ ਜੁਗਾਂ ਜੁਗਾਂ ਦੇ ਵਿੱਚ ਸਦੀਵੀ ਸੁਖੀ ਰਹਿੰਦੇ ਨੇ, ਉਹਨਾਂ ਨੂੰ ਕਦੇ ਦੁੱਖ ਨਹੀਂ ਪਾਉਂਦਾ। ਇਸੇ ਤਰ੍ਹਾਂ ਵਰਤਮਾਨ, ਭੂਤਕਾਲ, ਭਵਿੱਖ, ਕਹਿੰਦੇ ਇਸੇ ਤਰ੍ਹਾਂ ਜਿਹੜਾ ਸਮਾਂ ਚੱਲ ਰਿਹਾ ਹੈ ਵਰਤਮਾਨ ਦਾ, ਕਹਿੰਦੇ ਭੂਤਕਾਲ ਜਿਹੜਾ ਬੀਤ ਚੁੱਕਿਆ ਹੈ ਉਹਦੇ ਵਿੱਚ ਵੀ ਉਹ ਸੁੱਖ ਲੈਂਦੇ ਨੇ। ਇਹ ਵਰਤਮਾਨ ਸਮੇਂ ਦੇ ਵਿੱਚ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਵੀ ਸੁੱਖ ਲੈਂਦੇ ਨੇ। ਤੇ ਕਹਿੰਦੇ ਭੂਤਕਾਲ ਅਗਲਾ ਸਮਾਂ ਜਿਹੜਾ ਆਉਣ ਵਾਲਾ ਹੈ ਉਹਦੇ ਵਿੱਚ ਵੀ ਉਸ ਦੇਵੀ ਸੁਖੀ ਰਹਿੰਦੇ ਨੇ। ਸੇ ਜਨ ਜੁਗ ਮਹਿ ਸੁਖ ਵਾਸੀ। ਫਿਰ ਸੇ ਮੁਕਤ ਭਏ, ਕਹਿੰਦੇ ਸੁਖ ਤਾਂ ਮਿਲੇ ਪਰ ਉਹ ਮੁਕਤ ਵੀ ਹੋ ਗਏ, ਉਹ ਸਦਾ ਵਾਸਤੇ ਮੁਕਤ ਹੋ ਗਏ। ਜਿਨ ਹਰ ਧਿਆਇਆ ਜੀ, ਕਹਿੰਦੇ ਜਿਨ੍ਹਾਂ ਨੇ ਧਿਆਇਆ ਉਸ ਦੀ ਵੀ ਮੁਕਤ ਹੋ ਗਏ। ਮੁਕਤ ਕਿੱਦਾਂ ਹੋਏ? ਕਹਿੰਦੇ ਤਿੰਨ ਟੂਟੇ ਜਮ ਕੀ ਫਾਂਸੀ, ਉਹਨਾਂ ਦੀ ਜਮਾਂ ਦੀ ਸਦਾ ਵਾਸਤੇ ਫਾਂਸੀ ਜਿਹੜੀ ਕੱਟੀ ਗਈ, ਉਹਨਾਂ ਦਾ ਲੇਖਾ ਜੋਖਾ ਜਿਹੜਾ ਹੈ ਉਹ ਖਤਮ ਹੋ ਗਿਆ। ਤਾਂ ਸਤਿਗੁਰੂ ਜੀ ਕਹਿੰਦੇ ਉਸ ਦੀ ਵੀ ਮੁਕਤ ਹੋ ਗਏ। ਜਿਨ ਹਰ ਨਿਰਭਉ ਧਿਆਇਆ ਜੀ, ਉਹ ਪਰਮਾਤਮਾ ਜਿਹੜਾ ਨਿਰਭਉ ਹੈ, ਜਿਹੜਾ ਕਿਸੇ ਤੋਂ ਡਰਦਾ ਨਹੀਂ ਹੈ, ਕਹਿੰਦੇ ਜਦੋਂ ਉਹਨੂੰ ਧਿਆਇਆ, ਧਿਆਉਂਦਿਆਂ ਧਿਆਉਂਦਿਆਂ ਐਸੀ ਕਿਰਪਾ ਹੋ ਗਈ, ਕਹਿੰਦੇ ਤਿਨ ਕਾ ਭਾਉ ਸਭ ਗਵਾਸੀ। ਉਹਨਾਂ ਦਾ ਭਾਉ ਭਾਵ ਕਿ ਉਹਨਾਂ ਦਾ ਡਰ ਵੀ ਖਤਮ ਕਰ ਦਿੰਦਾ ਹੈ ਅੰਦਰੋਂ। ਐਸਾ ਪਰਮਾਤਮਾ ਹੈ ਉਹ, ਜਿਨ ਸੇਵਿਆ ਮੇਰਾ ਹਰ ਜੀ। ਕਹਿੰਦੇ ਜਿਨ੍ਹਾਂ ਨੇ ਉਹਨੂੰ ਯਾਦ ਕੀਤਾ, ਸੇਵਨ ਕੀਤਾ, ਉਸ ਪਰਮਾਤਮਾ ਨੂੰ ਚੇਤੇ ਕੀਤਾ, ਕਹਿੰਦੇ ਤੇ ਹਰ ਹਰ ਰੂਪ ਸਮਾਸੀ, ਉਹਦਾ ਰੂਪ ਹੀ ਹੋ ਜਾਂਦੇ ਨੇ। ਯਾਦ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਂਦੇ ਨੇ, ਉਸ ਪਰਮਾਤਮਾ ਦੇ ਵਿੱਚ। ਸੇ ਧਨ ਜਿਨ ਹਰ ਧਿਆਇਆ ਜੀ, ਉਹ ਧਨੰਤਾ ਦੇ ਯੋਗ ਨੇ, ਉਹ ਗੁਰਮੁਖ ਜਗਿਆਸੂ ਧਨ ਹਨ ਜਿਹੜੇ ਧਿਆਉਂਦੇ ਨੇ, ਉਹਨੂੰ ਯਾਦ ਕਰਦੇ ਨੇ। ਜਨ ਨਾਨਕ ਤਿੰਨ ਬਲ ਜਾਸੀ, ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਨਾ ਹਾਂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਉਹਨੂੰ ਯਾਦ ਕਰਦੇ ਨੇ, ਧਨੰਤਾ ਦੇ ਯੋਗ ਨੇ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਕਹਿੰਦੇ ਉਹ ਸਫਲ ਨੇ ਹੋ ਗਏ ਨੇ, ਉਹ ਸਫਲ ਨੇ, ਸ਼ਲਾਘਾ ਯੋਗ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ। ਫਿਰ ਕਹਿੰਦੇ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਹੁਣ ਕਹਿੰਦੇ ਤੇਰੀ ਭਗਤ ਕਿ ਤੇਰੀ ਭਗਤੀ ਦੇ ਭੰਡਾਰੇ ਵੀ ਭਰੇ ਪਏ ਨੇ। ਜੇ ਮਨੁੱਖ ਉਹਦੇ ਕੋਲੋਂ ਭਗਤੀ ਮੰਗਦਾ ਕਿ ਇਹ ਪ੍ਰਮਾਤਮਾ ਮੈਨੂੰ ਭਗਤੀ ਕਰਨ ਦੀ ਜਾਚ ਸਿਖਾ, ਤੇ ਕਹਿੰਦੇ ਉਸ ਪ੍ਰਮਾਤਮਾ ਦੇ ਭੰਡਾਰੇ ਭਰੇ ਪਏ ਨੇ, ਉਹ ਭਗਤੀ ਬਖਸ਼ ਦਿੰਦਾ ਹੈ। ਉਸ ਮਨੁੱਖ ਦੀ ਸੁਰਤ ਲੱਗ ਜਾਂਦੀ ਹੈ, ਉਹ ਸਦਾ ਹੀ ਭਗਤੀ ਦੇ ਵਿੱਚ ਰਹਿੰਦਾ ਹੈ, ਐਸੀ ਕਿਰਪਾ ਕਰ ਦਿੰਦਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਉਹਦੇ ਭੰਡਾਰ ਭਰੇ ਪਏ ਨੇ।
ਭਰੇ ਬੇਅੰਤ ਬੇਅੰਤਾ, ਕੋਈ ਅੰਤ ਨਹੀਂ ਹੈ। ਕਿੰਨੀ ਭਗਤੀ ਦੇ ਉਹਦੇ ਭੰਡਾਰੇ ਭਰੇ ਪਏ ਨੇ, ਨਾਮ ਦੇ ਭੰਡਾਰੇ ਭਰੇ ਪਏ ਨੇ। ਜੇ ਨਾਮ ਮੰਗਦਾ ਹੈ ਕੋਈ ਤੇ ਕਹਿੰਦੇ ਉਹ ਦੇ ਦਿੰਦਾ ਹੈ। ਤੇਰੇ ਭਗਤ ਸਲਾਹਨ ਤੁਧ ਜੀ। ਕਹਿੰਦੇ ਇਸੇ ਤਰ੍ਹਾਂ ਜਿਹੜੇ ਜਗਿਆਸੂ ਭਗਤ ਸੰਤ ਜਨ ਤੈਨੂੰ ਸਲਾਹੁੰਦੇ ਨੇ, ਤੈਨੂੰ ਯਾਦ ਕਰਦੇ ਨੇ, ਤੇਰੀ ਸਿਫਤ ਕਰਦੇ ਨੇ। ਕਹਿੰਦੇ ਹਰ ਅਨੇਕ ਅਨੰਤਾ। ਹੁਣ ਕਹਿੰਦੇ ਕਿੰਨੇ ਭਗਤ ਨੇ, ਕਹਿੰਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਅਨੇਕ ਨੇ, ਅਨੰਤ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਕਹਿੰਦੇ ਉਹਨਾਂ ਭਗਤਾਂ ਦਾ ਵੀ ਕੋਈ ਅੰਤ ਨਹੀਂ ਹੈ। ਕਿੰਨੇ ਭਗਤ ਨੇ। ਤੇਰੀ ਅਨੇਕ ਕਰਹਿ ਹਰ ਪੂਜਾ ਜੀ। ਕਹਿੰਦੇ ਅਨੇਕ ਪ੍ਰਕਾਰ ਦੀ ਪੂਜਾ ਕਰ ਰਹੇ ਨੇ। ਕੋਈ ਜਲ ਦੇ ਵਿੱਚ ਖਲੋ ਕੇ ਪੂਜਾ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ, ਕੋਈ ਭਾਵ ਕਿ ਅਗਨੀ ਤਪਾ ਕੇ ਤਪ ਕਰ ਰਿਹਾ ਹੈ, ਕੋਈ ਪੁੱਠਾ ਲਟਕ ਕੇ ਤਪ ਕਰ ਰਿਹਾ ਹੈ। ਕਹਿੰਦੇ ਉਹਦੇ ਪਤਾ ਨਹੀਂ ਕਿੰਨੇ ਕੁ ਭਗਤ ਨੇ ਜਿਹੜੀ ਪੂਜਾ ਕਰ ਰਹੇ ਨੇ। ਤੇਰੀ ਅਨੇਕ ਕਰਹਿ ਹਰ ਪੂਜਾ ਜੀ। ਅਨੇਕ ਤਰ੍ਹਾਂ ਦੀ ਜਿਹੜੀ ਪੂਜਾ ਹੈ ਆਪੋ ਆਪਣੇ ਢੰਗ ਨਾਲ ਸਾਰੇ ਕਰ ਰਹੇ ਨੇ। ਕਹਿੰਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤਪ ਹੈ ਜਪ ਹੈ ਬੇਅੰਤਾ। ਕਹਿੰਦੇ ਤਪੱਸਿਆ ਕਰ ਰਹੇ ਨੇ, ਕਹਿੰਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਤਪ ਹੈ ਜਪ ਹੈ ਬੇਅੰਤਾ, ਜਪ ਰਹੇ ਨੇ ਉਹਨੂੰ, ਕਹਿੰਦੇ ਉਹਨਾਂ ਦਾ ਵੀ ਕੋਈ ਅੰਤ ਨਹੀਂ। ਬੇਅੰਤ ਜਪਣ ਵਾਲੇ ਤੇ ਬੇਅੰਤ ਨੇ। ਕਹਿੰਦੇ ਤੇਰੀ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ। ਕਹਿੰਦੇ ਤੇਰੇ ਅਨੇਕਾਂ ਹੀ ਗ੍ਰੰਥ ਲਿਖੇ ਹੋਏ ਨੇ ਧਾਰਮਿਕ। ਤੇਰੇ ਨਾਮ ਦੇ ਸ਼ਾਸਤਰ, ਸਿਮਰਤੀਆਂ, ਪੁਰਾਣ, ਵੇਦ। ਹੇ ਪ੍ਰਮਾਤਮਾ ਅਨੇਕ ਹੀ ਤੇਰੇ ਸ਼ਾਸਤਰ ਨੇ, ਪੜ੍ਹਨ ਵਾਲੇ ਵੀ ਅਨੇਕ ਨੇ। ਕਰ ਕਿਰਿਆ ਖਟ ਕਰਮ ਕਰੰਤਾ। ਕਹਿੰਦੇ ਉਹਨਾਂ ਸ਼ਾਸਤਰਾਂ ਨੂੰ ਪੜ੍ਹ ਕੇ, ਵੇਦਾਂ ਨੂੰ ਪੜ੍ਹ ਕੇ, ਪੁਰਾਣਾਂ ਨੂੰ ਪੜ੍ਹ ਕੇ ਉਹਦੇ ਵਿੱਚ ਜੋ ਕਰਮ ਲਿਖੇ ਨੇ ਕਰਨ ਵਾਲੇ, ਭਾਵ ਕਿ 6 ਸ਼ਾਸਤਰ ਖਟ 6 ਭਾਵ ਕਿ ਜਿਹੜੇ ਕੰਮ ਕਰਦੇ ਨੇ ਉਹ ਵੀ ਤੇਰੇ ਸ਼ਾਸਤਰ ਵੇਦ ਪੜ੍ਹ ਕੇ ਵਿੱਚੋਂ ਕਰਦੇ ਨੇ। ਜਿਵੇਂ ਸੰਧਿਆ ਵੇਲੇ ਸੂਰਜ ਨੂੰ ਪਾਣੀ ਦੇਣਾ, ਜਪ ਕਰਨਾ, ਦਿਨ ਚੜ੍ਹਦਿਆਂ ਸੂਰਜ ਨੂੰ ਪਾਣੀ ਦੇਣਾ। ਕਹਿੰਦੇ ਇਸ ਤਰ੍ਹਾਂ ਦਾ ਇਹ ਕਰਮ। ਕਹਿੰਦੇ ਤਪ ਕਰਮ, ਇਸੇ ਤਰ੍ਹਾਂ ਸੂਰਜ ਚੰਦਰਮਾ ਦੀ ਪੂਜਾ ਕਰਨੀ, ਠਾਕੁਰਾਂ ਦੀ ਪੂਜਾ ਕਰਨੀ। ਕਹਿੰਦੇ ਇਸ ਤਰ੍ਹਾਂ ਸਿਮਰਤੀਆਂ ਦੇ ਵਿੱਚੋਂ ਪੜ੍ਹ ਕੇ ਅਨੇਕਾਂ ਹੀ ਭਾਵ ਕਿ ਜਿਹੜੇ ਲੱਗੇ ਹੋਏ ਨੇ ਤੇ ਤੇਰੀ ਪੂਜਾ ਕਰ ਰਹੇ ਨੇ। ਅਨੇਕ ਪ੍ਰਕਾਰ ਦੀ ਪੂਜਾ ਕਰਦੇ ਨੇ। ਕਰ ਕਿਰਿਆ ਖਟ ਕਰਮ ਕਰੰਤਾ। 6 ਤਰ੍ਹਾਂ ਦੇ ਜਿਹੜੇ ਕਰਮ ਨੇ ਉਸ ਤਰ੍ਹਾਂ ਦੀ ਉਹ ਪੂਜਾ ਕਰ ਰਹੇ ਨੇ। ਸਿਮਰਤੀਆਂ ਨੂੰ ਪੜ੍ਹ ਕੇ ਤੇ ਪੜ੍ਹਨ ਵਾਲੇ ਵੀ ਬੇਅੰਤ ਨੇ। ਫਿਰ ਸਤਿਗੁਰੂ ਜੀ ਕਹਿੰਦੇ ਸੇ ਭਗਤ ਭਲੇ ਜਨ ਨਾਨਕ ਜੀ। ਕਹਿੰਦੇ ਉਹ ਜਿਹੜੇ ਭਲੇ ਭਗਤ ਹਨ, ਜਿਹੜੇ ਤੈਨੂੰ ਯਾਦ ਕਰਦੇ ਨੇ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਕਹਿੰਦੇ ਅਨੇਕਾਂ ਹੀ ਪ੍ਰਕਾਰ ਦੀ ਤਾਂ ਪੂਜਾ ਤਾਂ ਸਾਰੇ ਕਰ ਰਹੇ ਨੇ, ਪਰ ਜਿਹੜੇ ਤੈਨੂੰ ਭਾ ਜਾਣ ਉਹ ਹੀ ਜਿਹੜੇ ਭਾਵ ਕਿ ਉਹ ਭਗਵੰਤ, ਉਹ ਪੁਰਖ ਬਣ ਜਾਂਦੇ ਨੇ, ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਜੋ ਭਾਵ ਹੈ ਮੇਰੇ ਹਰ ਭਗਵੰਤਾ। ਜਿਹੜੇ ਤੈਨੂੰ ਭਾ ਜਾਣਗੇ ਉਹ ਹੀ ਭਲੇ ਪੁਰਸ਼ ਨੇ, ਉਹ ਹੀ ਤੈਨੂੰ ਭਾ ਜਾਂਦੇ ਨੇ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਹੇ ਪਰਮਾਤਮਾ ਤੂੰ ਆਦਿ ਤੋਂ ਮੁੱਢ ਤੋਂ ਵੀ ਆਪ ਸਭ ਕੁਝ ਕਰਨ ਵਾਲਾ ਹੈ। ਸਾਰੀ ਪ੍ਰਕਿਰਤੀ, ਸਾਰਾ ਸੰਸਾਰ ਤੂੰ ਆਪ ਬਣਾਇਆ ਹੈ। ਤੁਧ ਜੀ ਵੱਡ ਅਵਰ ਨਾ ਕੋਈ, ਤੇਰੇ ਤੋਂ ਬਗੈਰ ਕੋਈ ਨਹੀਂ ਹੈ। ਪਰਮਾਤਮਾ ਤੂੰ ਆਪ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਜੁਗਾਂ ਜੁਗਾਂ ਦੇ ਵਿੱਚ ਵੀ ਤੂੰ ਆਪ ਇੱਕ ਸੀ ਤੇ ਸਦਾ ਰਹਿਣ ਵਾਲਾ ਵੀ ਤੂੰ ਆਪ ਹੈ। ਤੂੰ ਨਿਹਚਲ ਕਰਤਾ ਸੋਈ। ਤੂੰ ਸਭ ਕੁਝ ਕਰਨ ਵਾਲਾ ਹੈ। ਨਿਹਚਲ ਅਚਲ, ਜਿਹੜਾ ਕਦੇ ਨਹੀਂ ਹਿੱਲਣ ਵਾਲਾ, ਤੂੰ ਸਦੀਵੀ ਰਹਿਣ ਵਾਲਾ ਹੈ। ਪਰਮਾਤਮਾ ਤੁਧਿਆਪੇ ਭਾਵੈ ਸੋਈ ਵਰਤੈ ਜੀ। ਕਹਿੰਦੇ ਜੋ ਤੈਨੂੰ ਭਾਉਂਦਾ ਹੈ ਉਹ ਹੀ ਵਰਤਦਾ ਹੈ। ਤੂੰ ਆਪੇ ਕਰਹਿ
ਸੋ ਹੋਈ। ਕਹਿੰਦੇ ਜੋ ਤੂੰ ਕਰਦਾ ਹੈ ਉਹ ਹੀ ਹੁੰਦਾ ਹੈ, ਜੋ ਤੈਨੂੰ ਭਾਉਂਦਾ ਹੈ ਤੂੰ ਉਹ ਕਰਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ ਤੇ ਉਹ ਹੀ ਹੁੰਦਾ ਹੈ। ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ। ਇਹ ਪਰਮਾਤਮਾ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਸਾਜੀ ਹੈ, ਭਾਵ ਕਿ ਉਪਾਈ ਪੈਦਾ ਕੀਤੀ ਹੈ। ਤੁਧੇ ਆਪੇ ਸਿਰਜ ਸਭ ਗੋਈ। ਗੋਈ ਕਹਿੰਦੇ ਨੂੰ ਨਾਸ ਨੂੰ। ਤੇਰੀ ਮਰਜ਼ੀ ਹੋਵੇ ਤੂੰ ਸਾਰੀ ਸ੍ਰਿਸ਼ਟੀ ਨਾਸ ਕਰ ਦੇਣਾ ਹੈ, ਤੇਰੀ ਮਰਜ਼ੀ ਹੋਵੇ ਤੂੰ ਮਨੁੱਖ ਨੂੰ ਮਾਰ ਦੇਣਾ ਹੈ, ਤੇਰੀ ਮਰਜ਼ੀ ਹੋਵੇ ਤੂੰ ਜਿਉਂਦਾ ਕਰ ਦੇਣਾ ਹੈ, ਤੇਰੀ ਮਰਜ਼ੀ ਹੋਵੇ ਤੂੰ ਪੈਦਾ ਕਰ ਦੇਣਾ ਹੈ, ਤੂੰ ਨਾਸ ਕਰ ਦੇਣਾ ਹੈ। ਇਹ ਤੇਰੀ ਮਰਜ਼ੀ ਹੈ। ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਸਤਿਗੁਰੂ ਜੀ ਕਹਿੰਦੇ ਕਿ ਮੈਂ ਉਹਦੇ ਗੁਣ ਗਾਉਣਾ ਹਾਂ ਜਿਹੜਾ ਕਰਤਾ ਪੁਰਖ ਆਪ ਅਕਾਲ ਪੁਰਖ ਹੈ, ਜੋ ਸਭ ਸਹਿ ਕਾ ਜਾਣ ਹੋਈ, ਜੋ ਸਾਰਿਆਂ ਨੂੰ ਜਾਣਨ ਵਾਲਾ ਹੈ, ਅੰਦਰ ਦੀਆਂ ਜਾਣਨ ਵਾਲਾ ਹੈ, ਉਹ ਸਭ ਕੁਝ ਜਾਣਦਾ ਹੈ। ਕਹਿੰਦੇ ਮੈਂ ਉਹਦੀ ਪੂਜਾ ਉਹਦੀ ਸਿਫਤ ਸਲਾਹ ਕਰਦਾ ਹਾਂ। ਇਹ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਪਰਮਾਤਮਾ ਦੀ ਵਡਿਆਈ ਕਰਕੇ ਦੱਸੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੋ ਦਰ ਉਚਾਰਿਆ, ਉਹਦੇ ਵਿੱਚ ਸੱਚਖੰਡ ਦਾ ਸਾਰਾ ਨਕਸ਼ਾ, ਸੱਚਖੰਡ ਕੌਣ ਰਹਿ ਰਿਹਾ ਹੈ, ਕੀ ਹੋ ਰਿਹਾ ਹੈ। ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੋ ਪੁਰਖ ਉਸ ਪਰਮਾਤਮਾ ਦੀ ਵਡਿਆਈ ਕੀਤੀ ਹੈ। ਜਿਹੜਾ ਸੱਚਖੰਡ ਰਹਿਣ ਵਾਲਾ ਪਰਮਾਤਮਾ ਹੈ ਉਹ ਕਿਹੋ ਜਿਹਾ ਅਤੇ ਉਹ ਕਿਵੇਂ ਕਾਰਜ ਕਰਦਾ ਹੈ, ਸਭ ਕੁਝ ਉਹਦੇ ਹੱਥ ਦੇ ਵਿੱਚ ਹੈ। ਅਤੇ ਜਿਹੜਾ ਦਿਲਾਂ ਦਿਲਾਂ ਦੀ ਘਟਾਂ ਘਟਾਂ ਦੀ ਜਾਣਨ ਵਾਲਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਉਹ ਸਾਰਿਆਂ ਨੂੰ ਜਾਣਨ ਵਾਲਾ ਹੈ। ਇਹ ਸ਼ਬਦ ਪਰਮਾਤਮਾ ਦੇ ਪ੍ਰਥਾਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਕੀਤੀ ਹੈ, ਉਹਦੀ ਉਸਤਤ ਕੀਤੀ ਹੈ ਕਿ ਉਸ ਪਰਮਾਤਮਾ ਦੀ ਉਸਤਤ ਕਿਵੇਂ ਕਰਨੀ ਹੈ। ਕਿਉਂਕਿ ਜਿਵੇਂ 199 ਛੰਦ ਜਾਪ ਸਾਹਿਬ ਦੇ ਵਿੱਚ ਆਉਂਦੇ ਨੇ, ਆਪਾਂ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਉਹ ਸਾਰੀ ਵਡਿਆਈ ਹੈ ਪਰਮਾਤਮਾ ਦੀ, ਸਿਫਤ ਹੈ। ਸਿਫਤ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਕਰਦਾ ਹੈ ਉਹਦੀ ਆਪ ਦੀ ਸਵੈਮ ਸਿਫਤ ਹੋਣ ਲੱਗ ਜਾਂਦੀ ਹੈ, ਕਿਉਂਕਿ ਉਹ ਨਿਰਭਉ ਅਤੇ ਨਿਰਵੈਰ ਹੈ। ਉਹਨੂੰ ਜਦੋਂ ਯਾਦ ਕਰਦਿਆਂ ਕਰਦਿਆਂ ਉਹ ਮਨੁੱਖ ਜਿਹੜਾ ਹੈ ਨਿਰਭਉ ਅਤੇ ਨਿਰਵੈਰ ਹੋ ਜਾਂਦਾ ਹੈ। ਨਾ ਉਹਨੂੰ ਕਿਸੇ ਤੋਂ ਡਰ ਰਹਿੰਦਾ ਹੈ, ਨਾ ਉਹਦਾ ਕਿਸੇ ਨਾਲ ਫਿਰ ਵੈਰ ਰਹਿੰਦਾ ਹੈ। ਐਸੀ ਕਿਰਪਾ ਇਹ ਪਰਮਾਤਮਾ ਕਰਦਾ। ਇਹ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਦਾ ਸ਼ਬਦ ਰਹਿਰਾਸ ਸਾਹਿਬ ਦੇ ਵਿੱਚ, ਇਹ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ 6ਵਾਂ ਸ਼ਬਦ ਆਪਾਂ ਵਿਚਾਰ ਕੀਤੇ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ। ਆਓ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰਿ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ।